कदे दुख लागै सदा सुहागण नार। नानक हर प्रभ मेल लई गुर कै हेत प्यार। पौड़ी जिन्ना गुर गोप्या अपना ते नर बुरियारी। हर जियो तिनका दर्शन ना करो पाप सट हथियारी। ओए घर घर फिरै कुसुध मन ज्यों तर कट नारी। वड भागी संगत मिलै गुरमुख सवारी। हर मेलो सतगुर दया कर गुर को बलिहारी। वड भागी संगत मिलै गुरमुख सवारी। हर मेलो सतगुर दया कर गुर को बलिहारी। सतगुਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ, ਪਿਆਰ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਰਹਿਮਤ ਦੇ ਘਰ ਦੇ ਵਿੱਚ ਆ ਕੇ ਅੱਜ ਦਾ ਪਵਿੱਤਰ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਕੀਤਾ ਹੈ, ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਤੇ ਪਵਿੱਤਰ ਸਰੂਪ ਵਿੱਚ 651 ਅੰਗ ਤੇ ਸੁਭਾਇਮਾਨ ਹੈ। ਸ਼ਲੋਕ ਮਹਲਾ ਤੀਜਾ। ਰੇ ਨਰ ਰੇ ਜਨ ਉਥਾਰੇ ਦੱਬਿਓ ਸੁਤਿਆਂ ਗਈ ਵਿਹਾਏ। ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜਿਓ ਚਾਓ। ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਉਚਾਰਿਆ ਹੋਇਆ ਸ਼ਬਦ ਰਾਗ ਸੋਰਠ ਵਿੱਚ, ਜੋ ਹਿਰਦੇ ਵਿੱਚ ਸ਼ਾਂਤ ਭਾਵ ਪੈਦਾ ਕਰਦਾ ਹੈ। ਗੁਰੂ ਮਹਾਰਾਜ ਦੁਨੀਆ ਦੇ ਲੋਕਾਂ ਦੀ ਮਨ ਦੀ ਅਵਸਥਾ ਦਰਸਾਉਂਦੇ ਹਨ। ਰੇ ਜਨ, ਜਨ ਦਾ ਭਾਵ ਉਹ ਪੁਰਖ ਜੋ ਧਾਰਮਿਕ ਰਸਤੇ 'ਤੇ ਚੱਲਦੇ ਨੇ, ਚੱਲਣ ਦੀ ਕੋਸ਼ਿਸ਼ ਕਰਦੇ ਨੇ। ਜਿੱਦਾਂ ਗੁਰੂ ਮਹਾਰਾਜ ਨੇ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਫਰਮਾਇਆ, ਆਵੋ ਸੰਤ ਪਿਆਰਿਓ ਅਕਥ ਕੀ ਕਰੋ ਕਹਾਣੀ। ਹੇ ਜਨੋ, ਸਾਰੀ ਦੁਨੀਆ ਮਾਇਆ ਦੇ ਭਾਰ ਦੇ ਥੱਲੇ ਦੱਬੀ ਹੋਈ ਹੈ। ਉਥਾਰੈ ਦੱਬੇ ਹੋ ਸੁੱਤਿਆਂ ਗਈ ਵਿਹਾਏ। ਉਥਾਰੇ ਦਾ ਭਾਵ ਕਈ ਵਾਰੀ ਸੁਪਨੇ ਦੇ ਵਿੱਚ ਐਦਾਂ ਪ੍ਰਤੀਤ ਹੁੰਦਾ ਵੀ ਸਾਰਾ ਸਰੀਰ ਜਕੜਿਆ ਹੋਇਆ, ਇਨਸਾਨ ਹਿੱਲਣ ਦੀ ਕੋਸ਼ਿਸ਼ ਕਰਦਾ ਪਰ ਹਿੱਲਿਆ ਨਹੀਂ ਜਾਂਦਾ। ਕਾਫੀ ਦੇਰ ਦੇ ਬਾਅਦ ਕੋਸ਼ਿਸ਼ ਕਰਕੇ ਫਿਰ ਸਰੀਰ ਢਿੱਲਾ ਹੁੰਦਾ ਤੇ ਸਰੀਰ ਦੇ ਵਿੱਚ ਹਰਕਤ ਪੈਦਾ ਹੁੰਦੀ। ਇਸੇ ਤਰ੍ਹਾਂ ਗੁਰੂ ਮਹਾਰਾਜ ਫਰਮਾਉਂਦੇ ਹਨ ਵੀ ਮਾਇਆ ਦੇ ਮੋਹ ਦੇ ਵਿੱਚ, ਮਾਇਆ ਦਾ ਮੋਹ ਇਹੀ ਆ, ਕਈ ਤੇ ਆਪਣੀ ਪ੍ਰਭਤਾ, ਆਪਣੀ ਸ਼ਕਤੀ ਦੇ ਮਾਨ ਦੇ ਵਿੱਚ ਸੁੱਤੇ ਹੋਏ ਨੇ। ਕਈ ਆਪਣੀ ਧਨ ਦੌਲਤ, ਆਪਣੀ ਜਾਤ ਦੇ ਮਾਨ ਕਰਕੇ ਉਹ ਵੀ ਸੁੱਤੇ ਹੋਏ ਨੇ। ਸਾਰੀ ਜਿਹੜੀ ਜੀਵਨ ਦੀ ਰਹਿਣ ਭਾਵ ਰਾਤ ਹੈ, ਭਾਵ ਸਾਰੀ ਜ਼ਿੰਦਗੀ ਸੁੱਤਿਆਂ ਗੁਜ਼ਰ ਜਾਂਦੀ, ਸੁੱਤਿਆਂ ਹੀ ਗੁਜ਼ਰ ਜਾਂਦੀ। ਜਿਹੜਾ ਜੀਵਨ ਦਾ ਮੁੱਖ ਭਾਵ ਸੀ, ਗੁਰੂ ਮਹਾਰਾਜ ਫਰਮਾਉਂਦੇ ਹਨ, ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ।
ਅੰਤਰ ਨਾ ਉਪਜਿਓ ਚਾਓ। ਜਿਹੜਾ ਸਤਿਗੁਰਾਂ ਦਾ ਸ਼ਬਦ ਤੂੰ ਸੁਣਿਆ ਨਹੀਂ ਚੰਗੀ ਤਰ੍ਹਾਂ, ਵੈਸੇ ਕੰਨਾਂ ਰਾਹੀਂ ਤੇ ਸੁਣਦਾ ਤੂੰ, ਪਰ ਸਤਿਗੁਰੂ ਦਾ ਸ਼ਬਦ ਤਦ ਤੱਕ ਸੁਣਿਆ ਪ੍ਰਵਾਨ ਨਹੀਂ ਜਦ ਤੱਕ ਹਿਰਦੇ ਵਿੱਚ ਪਰਮਾਤਮਾ ਨੂੰ ਮਿਲਣ ਦਾ ਚਾਅ ਪੈਦਾ ਨਹੀਂ ਹੁੰਦਾ। ਇੱਕ ਸਾਡੇ ਸਾਰਿਆਂ ਵਾਸਤੇ ਸਵਾਲ ਹੈ ਵੀ ਅਸੀਂ ਹੁਕਮਨਾਮਾ ਵੀ ਸੁਣਦੇ ਹਾਂ, ਕੀਰਤਨ ਵੀ ਸੁਣਦੇ ਹਾਂ, ਗੁਰਦੁਆਰੇ ਵੀ ਆਉਂਦੇ ਹਾਂ, ਸੇਵਾ ਵੀ ਕਰਦੇ ਹਾਂ। ਸਾਰਿਆਂ ਵਾਸਤੇ ਇੱਕ ਟੈਸਟ ਹੈ, ਇਮਤਿਹਾਨ ਹੈ, ਜਾਂ ਆਪਣੀ ਪਰਖ ਆਪ ਕਰੀਏ ਕਿ ਸਾਡੇ ਹਿਰਦੇ ਵਿੱਚ ਪਰਮੇਸ਼ਰ ਨੂੰ ਮਿਲਣ ਦਾ ਚਾਅ ਪੈਦਾ ਹੋਇਆ ਜਾਂ ਨਹੀਂ ਪੈਦਾ ਹੋਇਆ। ਅਸੀਂ ਦਾਅਵਾ ਕਰ ਸਕਦੇ ਹਾਂ ਵੀ ਅਸੀਂ ਬਾਣੀ ਸੁਣੀ ਆ, ਸਵੇਰੇ ਨਾਮ ਜਪਿਆ, ਪਰ ਮਹਾਰਾਜ ਨੇ ਅੱਜ ਇੱਕ ਸਵਾਲ ਖੜਾ ਕਰ ਦਿੱਤਾ ਵੀ ਕਿਹੜਾ ਨਾਮ ਜਪਿਆ। ਨਾਮ ਜਪਿਆ ਤਾਂ ਪ੍ਰਵਾਨ ਹੈ ਜੇ ਹਿਰਦੇ ਵਿੱਚ ਪਰਮੇਸ਼ਰ ਨੂੰ ਮਿਲਣ ਦਾ ਚਾਅ ਪੈਦਾ ਹੋਇਆ। ਅੱਗੇ ਮਹਾਰਾਜ ਫਰਮਾਉਂਦੇ ਹਨ, ਧਾਰਮਿਕ ਕਰਮ ਕਰਨ ਦਾ, ਅੰਮ੍ਰਿਤ ਵੇਲੇ ਉੱਠਣਾ, ਨਾਮ ਜਪਣਾ, ਸੇਵਾ ਕਰਨੀ, ਉਹਨਾਂ ਦਾ ਫਾਇਦਾ ਤਾਂ ਹੈ ਜੇ ਵਾਹਿਗੁਰੂ ਦੇ ਗੁਣ ਤੁਹਾਡੇ ਅੰਦਰ ਪੈਦਾ ਹੋਏ ਨੇ। ਅਗਲਾ ਸ਼ਬਦ ਦਾ ਜਿਹੜਾ ਭਾਵ ਦੱਸਿਆ ਮਹਾਰਾਜ ਨੇ, ਸਰੀਰ ਜਲੋਂ ਗੁਣ ਬਾਹਰਾ, ਜੋ ਗੁਰ ਕਾਰ ਨਾ ਕਮਾਏ ਉਹ ਸਰੀਰ ਸਾੜ ਦੇਣਾ ਚਾਹੀਦਾ, ਜਾਂ ਐਦਾਂ ਮਾਣੋ ਭਈ ਉਹ ਸਰੀਰ ਸੜਿਆ ਹੋਇਆ ਜਿਹਦੇ ਵਿੱਚ ਵਾਹਿਗੁਰੂ ਦੇ ਗੁਣ, ਰੱਬੀ ਗੁਣ, ਆਤਮਕ ਗੁਣ ਹਾਲੇ ਪ੍ਰਵੇਸ਼ ਨਹੀਂ ਕੀਤੇ। ਮਨ ਦੇ ਵਿੱਚ ਦਇਆ ਨਹੀਂ, ਸੱਚਾਈ ਨਹੀਂ, ਸੰਤੋਖ ਨਹੀਂ, ਸਾਰਿਆਂ ਨੂੰ ਇੱਕ ਬਰਾਬਰ ਨਹੀਂ ਜਾਣਦਾ। ਮਹਾਰਾਜ ਕਹਿੰਦੇ ਇਹ ਸਰੀਰ ਤੇ ਐਦਾਂ ਮਾਣੋ ਵੀ ਸੜਿਆ ਹੋਇਆ। ਜਿਹੜਾ ਗੁਰੂ ਦੀ ਸੇਵਾ ਨਹੀਂ ਕਰਦਾ ਉਹ ਆਪਣਾ ਸਮਾਂ ਬਰਬਾਦ ਕਰ ਰਿਹਾ। ਜਗਤ ਜਲੰਦਾ ਡਿੱਠ ਮੈਂ ਹੋਮੈ ਦੂਜੇ ਪਾਏ। ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਹਨ ਕਿ ਜਦੋਂ ਮੈਂ ਜਗਤ ਵੱਲ ਤੱਕਦਾ ਨਾ, ਐਦਾਂ ਲੱਗਦਾ ਹੈ ਕਿ ਸਾਰੇ ਜਗਤ ਨੂੰ ਅੱਗ ਲੱਗੀ ਹੋਈ ਹੈ। ਕਿਹੜੀ ਅੱਗ? ਹੋਮੇ ਦੀ ਅੱਗ ਤੇ ਦਵੈਤ ਭਾਵ ਦੀ ਅੱਗ। ਹੋਮੈ ਦੂਜਾ ਭਾਏ, ਭਾਏ ਦਾ ਮਤਲਬ ਪਿਆਰ, ਦੂਜਾ ਮੈਨੇ ਰੱਬ ਨੂੰ ਛੱਡ ਕੇ ਜਿਹੜੀਆਂ ਦੂਜੀਆਂ ਵਸਤੂਆਂ ਹੈ ਉਹਨਾਂ ਨਾਲ ਜ਼ਿਆਦਾ ਪਿਆਰ ਹੈ, ਤੇ ਜਿਹੜੇ ਵਾਹਿਗੁਰੂ ਨੇ ਵਸਤੂਆਂ ਬਖਸ਼ੀਆਂ ਉਹਨਾਂ ਨਾਲ ਪਿਆਰ ਹੀ ਨਹੀਂ। ਨਾਨਕ ਗੁਰ ਸ਼ਰਨਾਈ ਉਭਰੇ, ਸੱਚ ਮਨ ਸ਼ਬਦ ਧਿਆਏ। ਹੁਣ ਇਹਦਾ ਇਲਾਜ ਕੀ ਹੈ? ਬਾਣੀ ਦਾ ਵਿਚਾਰ ਜਦ ਤੱਕ ਤੂੰ ਨਹੀਂ ਕਰੇਗਾ, ਤੇਰੇ ਅੰਦਰ ਗਿਆਨ ਪੈਦਾ ਨਹੀਂ ਹੋਏਗਾ ਵੀ ਦੁਨੀਆ ਚਲਾਏਮਾਨ ਹੈ। ਇਸ ਦੁਨੀਆ ਦੇ ਵਿੱਚ ਜੇ ਤੇਰਾ ਸੱਚਾ ਮਿੱਤਰ, ਸੱਚਾ ਸਾਥੀ ਕੋਈ ਹੈ ਤੇ ਉਹ ਅਕਾਲ ਪੁਰਖ ਹੈ। ਜਦੋਂ ਤੂੰ ਏਦਾਂ ਮੰਨੇਗਾ ਸਾਰੀ ਦੁਨੀਆ ਤੇਰੇ ਵੱਲ ਹੋ ਜਾਏਗੀ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਚੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ। ਇੱਕ ਬੜਾ ਰਾਜ਼ ਹੈ ਸਾਧ ਸੰਗਤ ਜੀ, ਜਿਸ ਤਰ੍ਹਾਂ ਪਰਮੇਸ਼ਰ ਦੇ ਨਾਲ ਸੁਰਤ ਜੁੜਦੀ ਹੈ, ਦੁਨੀਆ ਦੀ ਨਿਰਭਰਤਾ, ਡਿਪੈਂਡੈਂਸ ਉਹ ਮੁੱਕ ਜਾਂਦੀ ਹੈ। ਤਾਂ ਕਿਆ ਹਮ ਮੋਹਛੰਦਾ, ਮੋਹਛੰਦਾ ਮੈਨੇ ਕਿਸੇ ਤੇ ਨਿਰਭਰ ਹੋਣਾ। ਕਿਉਂਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਤੇ ਅਸੀਂ ਭਰੋਸਾ ਰੱਖਦੇ ਹਾਂ ਤੇ ਅਕਾਲ ਪੁਰਖ ਵਾਹਿਗੁਰੂ ਹਰ ਮਨੁੱਖ ਦੇ ਵਿੱਚ ਵਰਤਦੇ ਨੇ, ਹਰ ਜੀਅ ਦੇ ਵਿੱਚ ਵਰਤਦੇ ਨੇ। ਉਹ ਮਨੁੱਖਾਂ ਦੇ ਰਾਹੀਂ ਸਹਾਇਕ ਹੁੰਦੇ ਨੇ।
ਜੇ ਅਸੀਂ ਕਿਸੇ ਖਾਸ ਮਨੁੱਖ ਤੇ ਕੋਈ ਬੜਾ ਧਨਾੜ ਹੋਏ ਭਈ ਇਹ ਬੜਾ ਅਮੀਰ ਆਦਮੀ ਆ, ਇਹਦੀ ਸੇਵਾ ਕਰੀਏ, ਇਹਦੀ ਚਾਪਲੂਸੀ ਕਰੀਏ, ਤੇ ਮਹਾਰਾਜ ਕਹਿੰਦੇ ਸੁੱਖ ਨਹੀਂ ਪ੍ਰਾਪਤ ਹੋਣਾ। ਗੁਰੂ ਦੀ ਸ਼ਰਨ ਚ ਆ ਜਾ ਤੇ ਸੱਚੇ ਮਨ ਦੇ ਨਾਲ ਓਂਕਾਰ ਸ਼ਬਦ ਦਾ ਧਿਆਨ ਰੱਖ, ਭਾਵ ਗੁਰਬਾਣੀ ਦਾ ਵਿਚਾਰ ਕਰ। ਸਾਰੀ ਗੁਰਬਾਣੀ ਓਂਕਾਰ ਸ਼ਬਦ ਦੀ ਵਿਆਖਿਆ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਇੱਕ ਓਂਕਾਰ। ਜਦੋਂ ਤੂੰ ਸਾਰਿਆਂ ਦੇ ਵਿੱਚ ਰੱਬ ਦੇਖੇਗਾ ਤੇ ਤਾਂ ਤੇਰੇ ਜੀਵਨ ਦੇ ਵਿੱਚ ਸੁੱਖ ਪ੍ਰਾਪਤ ਹੋਏਗਾ, ਮਨ ਸ਼ਾਂਤ ਹੋ ਜਾਏਗਾ। ਮੈਂ ਤੇ ਹੈਰਾਨ ਹੋ ਜਾਂਦਾ, ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਸਤਿਗੁਰੂ ਨੇ ਫਰਮਾਇਆ ਵੀ ਜੇ ਤੂੰ ਕੋਈ ਸਮਝਦਾ ਹੈ ਵੀ ਕਿ ਤੇਰਾ ਦੁਸ਼ਮਣ ਆ, ਜਾਂ ਤੂੰ ਇੱਦਾਂ ਸਮਝਦਾ ਵੀ ਇਹ ਪੁਰਸ਼ ਬੜਾ ਨਜ਼ਦੀਕ ਆ, ਮੇਰਾ ਬੜਾ ਪਿਆਰਾ ਭਰਾ ਹੈ, ਜਾਂ ਮੇਰੀ ਬੜੀ ਪਿਆਰੀ ਭੈਣ ਆ, ਜਾਂ ਮੇਰਾ ਪਰਿਵਾਰ ਆ, ਤਦ ਤੱਕ ਤੈਨੂੰ ਸੁੱਖ ਨਹੀਂ ਪ੍ਰਾਪਤ ਹੋਣਾ। ਜਬ ਧਾਰੇ ਕੋ ਬੈਰੀ ਮੀਤ, ਤਬ ਲਗ ਨਿਹਚਲ ਨਾਹੀ ਚੀਤ। ਤੇਰਾ ਚੀਤ ਭਾਵ ਮਨ ਠਹਿਰੇਗਾ ਨਹੀਂ, ਪਰਮਾਤਮਾ ਨਾਲ ਤੇਰਾ ਮਿਲਾਪ ਨਹੀਂ ਹੋ ਸਕਦਾ। ਇਸ ਵਾਸਤੇ ਸਾਰਿਆਂ ਦਾ ਮਾਣ ਕਰੋ, ਰਿਸਪੈਕਟ ਕਰੋ, ਸਾਰਿਆਂ ਨਾਲ ਪਿਆਰ ਕਰੋ, ਪਰ ਮੋਹ ਦੇ ਚਿੱਕੜ ਦੇ ਵਿੱਚ ਨਾ ਫਸੋ, ਬੈਰ ਵਿਰੋਧ ਦੇ ਚਿੱਕੜ ਦੇ ਵਿੱਚ ਨਾ ਫਸਿਓ, ਤਾਂ ਹੀ ਛੁਟਕਾਰਾ। ਸੋ ਗੁਰੂ ਮਹਾਰਾਜ ਅੱਗੇ ਫਰਮਾਉਂਦੇ ਹਨ, ਸ਼ਬਦ ਰਤੇ ਹੋਮੇ ਗਈ ਸ਼ੋਭਾਵੰਤੀ ਨਾਰ। ਬਾਣੀ ਸੁਣੀ ਉਹਨਾਂ ਦੀ ਪ੍ਰਵਾਨ ਹੈ ਜਿਨ੍ਹਾਂ ਦੀ ਹੋਮੇ ਦੂਰ ਹੋ ਗਈ, ਉਹਨਾਂ ਨੂੰ ਬਹੁਤ ਦਰਗਾਹ ਦੇ ਵਿੱਚ ਮਾਣ ਮਿਲਦਾ, ਲੋਕ ਤੇ ਪਰਲੋਕ ਦੇ ਵਿੱਚ ਮਾਣ ਤੇ ਇੱਜ਼ਤ ਮਿਲਦੀ ਹੈ। ਫਿਰ ਕਹਿ ਭਾਣੇ ਸਦਾ ਚਲੈ, ਤਾਂ ਬਣਿਆ ਸ਼ਿੰਗਾਰ। ਫਿਰ ਭਾਵ ਉਹ ਵਾਹਿਗੁਰੂ ਖਸਮ ਤੇ ਮਾਲਕ ਜਿਹੜੇ ਉਹਦੇ ਭਾਣੇ 'ਚ ਟੁਰਦੇ ਨੇ, ਉਹ ਐਦਾਂ ਮਾਣੋ ਵੀ ਉਹਨਾਂ ਨੇ ਬਹੁਤ ਵਧੀਆ ਸ਼ਿੰਗਾਰ ਕੀਤਾ ਹੋਇਆ। ਉਹ ਵਾਹਿਗੁਰੂ ਗੁਣਾਂ ਦੇ ਨਾਲ ਭਰਪੂਰ ਨੇ, ਉਹਨਾਂ ਨੇ ਵਾਹਿਗੁਰੂ ਦੇ ਗੁਣਾਂ ਦੇ ਗਹਿਣੇ ਪਾਏ ਹੋਏ ਨੇ। ਸੇਜ ਸੁਹਾਵੀ ਸਦਾ ਪਿਰ ਰਾਵੈ, ਹਰ ਵਰ ਪਾਇਆ ਨਾਰ। ਨਾ ਹਰ ਮਰੈ ਨਾ ਹਰ ਮਰੈ, ਨਾ ਕਦੇ ਦੁੱਖ ਲਾਗੈ, ਸਦਾ ਸੁਹਾਗਣ ਨਾਰ। ਕਿਉਂਕਿ ਵਾਹਿਗੁਰੂ ਅਬਨਾਸੀ ਹਨ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਲ ਆਪਣਾ ਪਿਆਰ ਪਾ ਲਿਆ, ਉਹ ਵੀ ਅਬਨਾਸੀ ਹੋ ਗਏ। ਸਦਾ ਸੁਹਾਗਣ ਨਾਰ, ਹਮੇਸ਼ਾ ਸੁਹਾਗਣ ਰਹਿਣਗੇ, ਭਾਵ ਵਾਹਿਗੁਰੂ ਤੋਂ ਵਿਛੜਨਗੇ ਨਹੀਂ। ਜੇ ਵਾਹਿਗੁਰੂ ਤੋਂ ਨਹੀਂ ਵਿਛੜਾਂਗੇ, ਜੇ ਵਾਹਿਗੁਰੂ ਆਨੰਦ ਦੇ ਵਿੱਚ ਹੈ, ਸਤ ਸੁਹਾਨ ਸਦਾ ਮਨ ਚਾਓ, ਤੇ ਸਾਡੇ ਮਨਾਂ ਦੇ ਵਿੱਚ ਵੀ, ਸਾਡੀ ਆਤਮਾ ਵੀ ਉਹੀ ਅਵਸਥਾ ਦੇ ਵਿੱਚ ਵਿਚਰੇਗੀ। ਨਾਨਕ ਹਰ ਪ੍ਰਭ ਮੇਲ ਲਈ, ਗੁਰ ਕੈ ਹੇਤ ਪਿਆਰ। ਜਿਨ੍ਹਾਂ ਨੇ ਗੁਰੂ ਦੇ ਨਾਲ ਪਿਆਰ ਕੀਤਾ, ਉਹਨਾਂ ਨੂੰ ਵਾਹਿਗੁਰੂ ਆਪ ਮੇਲ ਲੈਂਦਾ, ਕਿਉਂਕਿ ਗੁਰੂ ਤੇ ਪਰਮੇਸ਼ਰ 'ਚ ਕੋਈ ਫਰਕ ਨਹੀਂ। ਪੌੜੀ, ਜਿਨ ਗੁਰ ਗੋਪਿਆ ਆਪਣਾ, ਤੇ ਨਰ ਬੁਰਿਆਰੀ। ਗੋਪਿਆ ਭਾਵ ਲੁਕਾਇਆ। ਜਿਨ੍ਹਾਂ ਨੇ ਆਪਣੇ ਗੁਰੂ ਨੂੰ ਲੁਕਾਇਆ। ਹੁਣ ਕਈ ਵਾਰੀ ਕਹਿੰਦੇ ਆ ਨਾ ਲੋਕੀ, ਮੈਂ ਆਪ ਸੁਣਿਆ ਕਿ ਜਿਹੜੇ ਦੂਜੇ ਧਰਮਾਂ ਦੇ ਲੋਕ ਹੈ, ਉਹ ਸਿੱਖਾਂ ਨੂੰ ਕਹਿੰਦੇ ਆ ਭਾਈ ਸ਼ਰਾਬ ਨਹੀਂ ਪੀਣੀ ਚਾਹੀਦੀ। ਮੈਨੂੰ ਗੁਰਮੁਖ ਪਿਆਰੇ ਨੇ ਦੱਸਿਆ ਸੀ, ਇੱਕ ਸਿੱਖ ਨੇ ਦੱਸਿਆ ਸੀ। ਫਿਰ ਉਹ ਕਈ ਵਾਰੀ ਜਵਾਬ ਦਿੰਦੇ ਆ ਭਈ ਥੋੜ੍ਹੀ ਬਹੁਤੀ ਪੀ ਲੈਣੀ ਚਾਹੀਦੀ ਹੈ। ਆਪਣੇ ਗੁਰੂ ਨੂੰ ਲੁਕਾਇਆ, ਭਾਵ ਆਪਣੇ ਰਾਹੀਂ, ਆਪਣੇ ਕਰਮਾਂ ਕਰਕੇ, ਆਪਣੇ ਵੇਸ ਕਰਕੇ ਗੁਰੂ ਦਾ ਰੂਪ ਨਹੀਂ ਹੋਏ, ਲੁਕਾ ਕੇ ਰੱਖਦੇ ਨੇ। ਮੱਥਾ ਵੀ ਟੇਕਣਾ ਗੁਰੂ ਗ੍ਰੰਥ ਸਾਹਿਬ ਨੂੰ, ਤੇ ਗੱਲ ਵੀ ਨਹੀਂ ਮੰਨਣੀ।
फिर जाके निंदिया किसी की कर देनी है, झूठ मारना, इनू कहते गुरु नू लुका के रखिया, मत्था जरूर टेकना पर गुरु नू अपने अंदरों प्रगट नहीं होने दिता। महाराज ने जिदा फरमाया, प्रगटे खालसा परमात्म की मौज, जिहड़ा अंदर खालस रूप है, जो परमात्मा के गुण ने, परमात्मा का रूप है, उन्होंने प्रगट नहीं होने दिता। हर एक दे विच खालसा बनन दी एक पोटेंशियल है, काबलता, पर उन्होंने प्रगट नहीं होने दिता। महाराज कहते इहो जिहे इंसान बहुत माड़े ने। हर जियो तिनका दर्शन ना करो, पाप सट हथियारी, वो वड्डे पापी ने ते हथियारे ने, हत्या करते हैं, आत्मघाती ने। वो घर घर फिरे कसुद्ध मन, जो धरकट नारी, उन्हां दी संगत ऐदा जिद्दां घर अपने किसी पापी नूं बुला लिया। मन कसुद्धे ने, विचार माड़े ने। वडभागी संगत मिलै, गुरमुख सवारी, बड़े वड्डे भागां करके गुरमुखां दी संगत मिलती है, जिन्हां तो बाणी दे भाव, बाणी दा ज्ञान प्राप्त हुंदा। हर मेलो सतगुर दया कर, गुर को बलिहारी। मेरे सच्चे पातशाह दया करके मैनू ज्ञान बख्शो ते अपने नाल मेल लो। सो अज दा पवित्र हुक्मनामा अपने समय दे विच परिवार दे नाल बैठ के विचार करो, जो कि 651 अंग ते अंकित है। धन धन श्री गुरु ग्रंथ साहिब महाराज के पवित्र ते पावन स्वरूप विच दास खिमा दा जाचक है। कुछ समा आप प्यार दे नाल अंग्रेजी दे विच विचार श्रवण करना जी। Today's हुक्मनामा is blessing from Sachkhand Shri Harmandir Sahib. हुक्मनामा is placed in Dhan Dhan Shri Guru Granth Sahib Ji Maharaj on Ang 651. Beautiful words of the हुक्मनामा read as Slok Mahela Tija Re Jan ਉਥਾਰੈ ਦੱਬਿਓ ਸੁੱਤਿਆਂ ਗਈ ਵਿਹਾਏ ਸਤਿਗੁਰ ਕਾ ਸ਼ਬਦ ਸੁਨ ਨਾ ਜਾਗਿਓ ਅੰਤਰ ਨਾ ਉਪਜਿਓ ਚਾਓ ਰੇ ਜਨ ਜਨ means servant, humble servant. Listen, O humble servant of the Almighty Lord. When you look around, it feels like the people are buried under the weight of Maya. Guru Maharaj has used word uthare. Uthare is the feeling when you are sleeping. It feels like you can't move. You are stuck in the bed. It happens sometime. You are trying to move, but you can't move. You are absolutely stuck. Similarly, it feels like the people are stuck in the rut. There is a daily routine. Every morning, people wake up, go to work, come back, eat, sleep. So life is quite stereotyped. And a lot of people feel pressure, stressed out. So it's like people are buried under the weight of stress. But all life is like night. So Guru Maharaj reveals that the lifetime is passing away.
ਸੁੱਤਿਆਂ ਗਈ ਵਿਹਾਏ, whilst asleep. People are sleeping. सतगुर का शब्द सुन ना जाग्यो, अंतर ना उपजो चाओ. People haven't listened to the sermons and the teaching of the true Guru. They are sleeping. Now you may argue that I woke up early in the morning, I did Simran for 3 hours, then I recited Nit Name Bani, I listened to the Kirtan. But Guru Maharaj reveals today, that's great job you have done, amazing. You are a wonderful person who is dedicated to Vaheguru. But until you have desire, chow, craving to meet Vaheguru, reading the Gurbani, everything you have done hasn't been fruitful. It doesn't mean you give up, but Guru Maharaj is giving us a target. Do your Simran, carry on. Recite your Nitnem, listen to the Kirtan, do Seva. But your target is that one day, hopefully, with Vaheguru's blessing, you will develop the craving to meet Vaheguru. Then Guru Maharaj further reveals, Shreer jalon gun bahara, jo gur kar na kamaye. Shreer means body. Jalo means burn. Consider that body absolutely burnt, meaning that body is useless who hasn't practiced divine virtues. Sharir jalon gun bahara. Those qualities, the divine qualities, are not practiced in life, that life is absolutely useless. If you're not exercising compassion, you haven't developed love for Vaheguru, the Creator and the creation, you haven't had honesty in your life, tolerance in your life, that life is absolutely waste. There's amazing words of wisdom in Sukhmani Sahib Gurbani. In two conditions of mind, you cannot meet Vaheguru. If you have either of the two, or both. First condition of mind, where you love and adore the material. It can be your family member, it can be your spouse, it can be your belongings. You cannot meet Vaheguru, because in one sheath there can only be one sword. In Punjabi there is a kahavat, there is a phrase, एक म्यान दे विच दो करपाना नहीं जांदियां. So in your mind, either you can have love and craving for worldly things or Vaheguru. You can't have both. So in that state of mind, where you love the creation, not the creator, you can't meet Vaheguru. You have moho. If I use the word moho, that's better. You are so attached to the creation that you forget creator. In that state of mind, you can't meet Vaheguru. Second state of mind, when you have dislikes, that I don't like this, I don't like this person, you have enemies. In that state of mind, you haven't seen Vaheguru in all. Sometimes we blame other people. You know, this guy or this person is very, very nasty. But how do you know that? For you to know that other person is nasty, you need to be divine. It may be your fault, but people have
blame culture. They try to blame other people. So in that state of mind where you're blaming other people for what you are and what circumstances you are going through, you cannot meet Vaheguru. Guru Maharaj reveals in the Bani, Dadda dosh na dein kisai dosh karma apneya. Dosh means blame. Don't blame other people for what you are going through. If you are suffering, it's your own karmas. You asked for the trouble. Only way to get out of the trouble is meditate on one creator who is within you. So Guru Maharaj reveals further that body is like burnt body which doesn't practice divine virtues. And that body which doesn't serve the true Guru. When you look at the world, how do you feel? Are people happy? Are they peaceful? Guru Maharaj shares his observation with us today. Jagat jalanda dittham home duje pae. I can see whole world is burning. Guru Maharaj, I can't see any fire. I can't see the world burning. But Guru Maharaj reveals, I can see Guji pae jale sansara pagatna vyape maya. Guji means hidden. I can see the hidden fire which is burning the whole world. Guji pahe jale sansara. The whole world is burning in the hidden fire. But if you see with the eyes of wisdom, you can see it. And what is that fire? Home duje pae. In the ego, in the pride, that's the fire. Because in ego, Hitler caused so much damage. He killed so many people. So ego in itself is a fire. Duje pae, love of others besides Vaheguru, is referred to as duality. That is also fire. So how do we save ourselves? Nanak gur sharnai ubre. Sach man shabad te aaye. You can only be saved in Guru's sharanai, Guru's sanctuary. With your true mind, meditate on the Shabad. Meditate on the word. You know, one day I was listening to a program on the TV where people were claiming that the devil is working against God. And devil is very strong. But when you read the Gurbani, Javan kaal sab jagat banayo dev dant jachan upjayo. Ad ant ekai avatara soi guru samjhayo hamara. Guru Maharaj reveals all the devil, the ghosts are created by God because it is part of God's creation. Devil didn't create by himself. People turn into devil when they turn their face away from God. But devil is not powerful, God is most powerful. But who has created the law of creating devils? It's Vaheguru. Javan kaal sab jagat banayo, dev dant jachan upjayo. God has created the dev, the deity, the holy people. Dant means devil. God has created the devil. But all the law is created by Vaheguru. Hukm hai andar sab ko, bahar hukum na koi. When we meditate on the Shabad, we come to realize this beautiful game of Vaheguru, the drama that is running in the background. So meditate on the Shabad, do Gurbani Vichar, so that one day you develop craving to meet Vaheguru
and that is the success story of this life. Have a great day. प्यार ना फतेह सांझी करनी जी। वाहिगुरु जी का खालसा, वाहिगुरु जी की फतेह।